ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਇੱਕ ਨਵੀਂ ਸਟੋਰੀ ਦੇ ਵਿੱਚ। ਮੈਨੂੰ ਨਿੱਕੀ ਹੁੰਦੀ ਤੋਂ ਹੀ ਗੂੜੇ ਗੂੜੇ ਰੰਗਾਂ ਦੇ ਸੂਟਾਂ ਤੇ ਭਾਰੀਆਂ ਕਢਾਈਆਂ ਵਾਲੀਆਂ ਚੁੰਨੀਆਂ ਤੇ ਫੁਲਕਾਰੀਆਂ ਦਾ ਬੜਾ ਸ਼ੌਂਕ ਸੀ। ਗੂੜੇ ਰੰਗਾਂ ਦੀਆਂ ਸੁਰਖੀਆਂ ਤੇ ਗੋਲ ਗੋਲ ਬਿੰਦੀਆਂ ਲਾਉਣ ਨੂੰ ਵੀ ਮੇਰਾ ਬੜਾ ਜੀਅ ਕਰਦਾ। ਸਾਡਾ ਪਰਿਵਾਰ ਕੁਝ ਜ਼ਿਆਦਾ ਹੀ ਪੇਂਡੂ ਸੀ। ਕੁੜੀਆਂ ਨੂੰ ਬਹੁਤ ਹਾਰ ਸ਼ਿੰਗਾਰ ਨਹੀਂ ਕਰਨ ਦਿੱਤਾ ਜਾਂਦਾ ਸੀ। ਮੇਰਾ ਬਾਪੂ ਵੀ ਬਹੁਤ ਗੁੱਸੇਖੋਰ ਸੁਭਾਅ ਦਾ ਸੀ। ਘਰ ਵਿੱਚ ਕੋਈ ਵੀ ਉਹਦੇ ਸਾਹਮਣੇ ਕਦੇ ਵੀ ਉੱਚਾ ਸਾਹ ਨਹੀਂ ਕੱਢਦਾ ਸੀ। ਬਾਪੂ ਨੇ ਭਾਵੇਂ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਸੀ, ਪਰ ਫਿਰ ਵੀ ਪਤਾ ਨਹੀਂ ਕਿਉਂ ਸਾਰੇ ਬਹੁਤ ਡਰਦੇ ਸੀ ਉਸ ਤੋਂ। ਪਰ ਅਸੀਂ ਬੜੇ ਖੁਸ਼ ਰਹਿੰਦੇ ਸੀ ਸਾਰੇ ਹੀ। ਮੈਂ ਵੀ ਆਪਣੇ ਸਾਰੇ ਚਾਅ ਮਨ ਵਿੱਚ ਹੀ ਲੁਕਾਈ ਰੱਖਦੀ ਸੀ। ਜਦੋਂ ਮੈਂ 20ਵਾਂ ਵਰ੍ਹਾ ਟੱਪ ਗਈ ਤਾਂ ਬਾਹੀਂ ਚੂੜਾ ਪਾਉਣ ਦਾ ਵੀ ਸ਼ੌਂਕ ਲੱਗ ਗਿਆ, ਪਰ ਕੁਆਰੀ ਹੋਣ ਕਰਕੇ ਮੈਂ ਚੂੜਾ ਪਾ ਨਹੀਂ ਸਕਦੀ ਸੀ। ਘਰ ਦਾ ਮਾਹੌਲ ਵੀ ਇਜਾਜ਼ਤ ਨਹੀਂ ਦਿੰਦਾ ਸੀ। ਕੁਆਰੀਆਂ ਕੁੜੀਆਂ ਦੇ ਇੰਨਾ ਸੱਜਣ ਫੱਬਣ ਨੂੰ ਚੰਗਾ ਨਹੀਂ ਸੀ ਸਮਝਦੇ। ਜਦੋਂ 24 ਸਾਲਾਂ ਦੀ ਹੋਈ, ਘਰ ਵਿੱਚ ਮੇਰੇ ਰਿਸ਼ਤੇ ਦੀ ਗੱਲ ਚੱਲਣ ਲੱਗੀ ਤਾਂ ਵਿਆਹ ਵਾਲੇ ਚਾਅ ਦਿਨੋਂ ਦਿਨ ਹੋਰ ਸੂਹੇ ਹੋਣ ਲੱਗੇ। ਮੈਨੂੰ ਇਹ ਚਾਅ ਸੀ ਕਿ ਹੁਣ ਮੈਨੂੰ ਉਹ ਸਭ ਪਾਉਣ ਨੂੰ ਮਿਲੇਗਾ ਜੋ ਮੈਨੂੰ ਪਸੰਦ ਹੈ। ਆਪਣੀ ਮਨਮਰਜ਼ੀ ਨਾਲ ਸ਼ੌਕੀਨੀ ਲਾਉਂਗੀ। ਹੋਰ ਤਾਂ ਹੋਰ, ਹੁਣ ਤਾਂ ਮੈਨੂੰ ਆਪਣੇ ਹਮਸਫ਼ਰ ਦੀ ਵੀ ਲੋੜ ਮਹਿਸੂਸ ਹੋ ਰਹੀ ਸੀ। ਆਪਣੇ ਮਨ ਹੀ ਮਨ ਮੈਂ ਵਿਆਹ ਦੇ ਸੁਪਨੇ ਸਜਾਉਂਦੀ ਰਹਿੰਦੀ। ਹਰ ਕੁੜੀ ਨੂੰ ਚਾਹਤ ਹੁੰਦੀ ਹੈ ਕਿ ਮੇਰਾ ਹੋਣ ਵਾਲਾ ਘਰ ਵਾਲਾ ਇਹੋ ਜਿਹਾ ਹੋਵੇ ਜਿਹੋ ਜਿਹਾ ਮੈਂ ਚਾਹੁੰਦੀ ਹਾਂ। ਬਿਲਕੁਲ ਉਸੇ ਤਰ੍ਹਾਂ ਮੇਰੀ ਵੀ ਬੜੀ ਰੀਝ ਸੀ ਕਿ ਮੇਰੇ ਘਰ ਵਾਲਾ ਮੇਰੀ ਪਸੰਦ ਦਾ ਹੀ ਹੋਵੇ। ਮੈਂ ਆਪਣੇ ਮਨ ਦੇ ਵਿੱਚ ਇੱਕ ਤਸਵੀਰ ਜਿਹੀ ਬਣਾ ਲਈ ਕਿ ਕਿਹੋ ਜਿਹਾ ਹੋਊ ਮੇਰੇ ਘਰ ਵਾਲਾ। ਇਹੋ ਜਿਹਾ ਰੰਗ ਰੂਪ ਹੋਊ, ਇਹੋ ਜਿਹੀ ਆਵਾਜ਼ ਹੋਊ, ਇੱਦਾਂ ਦਾ ਸੁਭਾਅ ਹੋਊ, ਬੜਾ ਪਿਆਰਾ ਪਰਿਵਾਰ ਹੋਊ। ਮੇਰੀ ਸੱਸ ਸਹੁਰਾ ਮੈਨੂੰ ਧੀਆਂ ਵਾਂਗ ਪਿਆਰ ਕਰਨਗੇ। ਤੇ ਹੋਰ ਵੀ ਪਤਾ ਨਹੀਂ ਸਾਰਾ ਦਿਨ ਮੈਂ ਕੀ ਸੋਚਦੀ ਰਹਿੰਦੀ। ਚਾਅ ਤਾਂ ਵੈਸੇ ਹਰ ਕੁੜੀ ਨੂੰ ਹੁੰਦਾ ਵਿਆਹ ਦਾ, ਪਰ ਮੈਨੂੰ ਮੇਰੀਆਂ ਸਹੇਲੀਆਂ ਅਕਸਰ ਕਹਿੰਦੀਆਂ ਸੀ ਕਿ ਤੈਨੂੰ ਤਾਂ ਕੁਝ ਜ਼ਿਆਦਾ ਹੀ ਚਾਅ ਆ ਆਪਣੇ ਵਿਆਹ ਦਾ। ਇਹ ਚਾਅ ਤਾਂ ਇੱਕ ਪਾਸੇ ਰਹੇ। ਇਹਨਾਂ ਚਾਵਾਂ ਨਾਲ ਮੈਨੂੰ ਬੜੀ ਡਾਢੀ ਚਿੰਤਾ ਵੀ ਸੀ ਕਿ ਮੇਰੇ ਗਰੀਬ ਮਾਪੇ ਕਿਵੇਂ ਮੇਰੇ ਵਿਆਹ ਦਾ ਖਰਚਾ ਕਰਨਗੇ। ਜੇ ਮੁੰਡੇ ਵਾਲਿਆਂ ਨੇ ਦਾਜ ਜ਼ਿਆਦਾ ਮੰਗ ਲਿਆ ਤਾਂ ਕਿੱਥੋਂ ਲਿਆਉਣਗੇ ਉਹ ਇੰਨੇ ਪੈਸੇ। ਸਾਡੇ ਘਰ ਦੀਆਂ ਤਾਂ ਆਈ ਚਲਾਈ ਮਸਾਂ ਚੱਲਦੀ ਸੀ। ਕਦੇ ਕਦੇ ਤਾਂ ਮੈਂ ਆਪਣੀ ਮਾਂ ਨੂੰ ਕਹਿ ਦਿੰਦੀ ਸੀ ਕਿ ਮਾਂ, ਮੈਂ ਨਹੀਂ ਕਰਾਉਣਾ ਵਿਆਹ, ਮੈਂ ਤਾਂ ਇੱਥੇ ਹੀ ਰਹਿਣਾ। ਅੱਗੋਂ ਮਾਂ ਨੇ ਕਹਿਣਾ, ਪੁੱਤ ਧੀਆਂ ਤਾਂ ਰਾਜਿਆਂ ਮਹਾਰਾਜਾ ਨੇ ਰੱਖੀਆਂ ਘਰੇ, ਤੇ ਨਾਲੇ ਅਸੀਂ ਕਿੰਨਾ ਕੁਚੇਰਿਆਂ, ਭਰਜਾਈਆਂ ਨੇ ਨਹੀਂ ਰੱਖਣਾ ਤੈਨੂੰ। ਵਿਆਹ ਤਾਂ ਤੈਨੂੰ ਕਰਾਉਣਾ ਹੀ ਪੈਣਾ। ਮੇਰੇ ਚਾਅ ਤਾਂ ਬਹੁਤ ਸੀ ਵਿਆਹ ਦੇ, ਪਰ ਘਰ ਦੀ ਗਰੀਬੀ ਮੇਰੇ ਚਾਅ ਦੂਰ ਚੂਰ ਚੂਰ ਕਰ ਦਿੰਦੀ ਸੀ। ਪਰ ਫਿਰ ਮੈਂ ਸਾਰੀ ਚਿੰਤਾ ਰੱਬ ਤੇ ਛੱਡ ਦਿੱਤੀ ਤੇ ਫਿਰ ਸੁਪਨੇ ਸਜਾਉਣ ਲੱਗਦੀ। 2.5 ਸਾਲ ਰਿਸ਼ਤਾ ਵੇਖਦੇ ਰਹੇ, ਪਰ ਕਿਤੇ ਗੱਲ ਨਾ ਬਣੀ। ਕੋਈ ਨਸ਼ੇ ਕਰਦਾ ਸੀ, ਕੋਈ ਵੱਡੀ ਉਮਰ ਦਾ ਸੀ, ਕਿਸੇ ਸਿਰ ਕਰਜ਼ਾ ਵਾਲਾ ਸੀ। ਜੇ ਘਰਦਿਆਂ ਨੂੰ ਕਿਤੇ ਕੋਈ ਮੁੰਡਾ ਪਸੰਦ ਆਉਂਦਾ ਤਾਂ ਉਹ ਅੱਗੇ ਦਾਜ ਮੰਗ ਲੈਂਦੇ। ਆਖਿਰਕਾਰ 2.5 ਸਾਲ ਬਾਅਦ ਉਹ ਦਿਨ ਆਇਆ। ਪਿੰਡ 'ਚ ਹੀ ਕਿਸੇ ਨੇ ਮੇਰੇ ਵਿਆਹ ਲਈ ਦੱਸ ਪਾਈ। ਮੇਰਾ ਬਾਪੂ, ਭਰਾ, ਮਾਮਾ, ਮਾਸੜ ਤੇ ਦੋਵੇਂ ਫੁੱਫੜ ਵਿਚੋਲੇ ਨਾਲ ਜਾ ਕੇ ਮੁੰਡਾ ਤੇ ਉਹਨਾਂ ਦਾ ਘਰ-ਬਾਰ ਵੇਖਣ ਚਲੇ ਗਏ। ਮੇਰੀ ਫੋਟੋ ਵੀ ਉਹ ਨਾਲ ਹੀ ਲੈ ਗਏ ਕਿ ਜੇ ਆਪਾਂ ਨੂੰ ਮੁੰਡਾ ਪਸੰਦ ਆ ਗਿਆ ਤਾਂ ਕੁੜੀ ਦੀ ਫੋਟੋ ਵੀ ਉਹਨਾਂ ਨੂੰ ਦਿਖਾ ਹੀ ਦੇਵਾਂਗੇ। ਉਹੀ ਗੱਲ ਹੋਈ, ਮੁੰਡਾ ਵੀ ਪਸੰਦ ਆ ਗਿਆ, ਪਰਿਵਾਰ ਵੀ ਤੇ ਘਰ-ਬਾਰ ਵੀ। ਫਿਰ ਇਹਨਾਂ ਨੇ ਮੇਰੀ ਫੋਟੋ ਵੀ ਦਿਖਾ ਦਿੱਤੀ। ਅੱਗੋਂ ਉਹਨਾਂ ਨੇ ਵੀ ਮੈਨੂੰ ਫੋਟੋ ਦੇਖ ਕੇ ਹੀ ਪਸੰਦ ਕਰ ਲਿਆ ਤੇ ਦੋਹਾਂ ਪਰਿਵਾਰਾਂ ਨੇ ਹਫ਼ਤੇ ਬਾਅਦ ਸੰਗਰਾਂਦ ਵਾਲੇ ਦਿਨ ਦਾ ਸ਼ਗਨ ਰੱਖ ਲਿਆ। ਜਦੋਂ ਉਹਨਾਂ ਨੇ ਘਰ ਆ ਕੇ ਮੈਨੂੰ ਸਾਰੀ ਗੱਲ ਦੱਸੀ ਤਾਂ ਇੱਕ ਪਲ ਲਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਮੈਨੂੰ ਤਾਂ ਅੰਦਾਜ਼ਾ ਹੀ ਨਹੀਂ ਸੀ ਇਸ ਵਾਰ ਪਹਿਲੀ ਵਾਰ ਦੇਖਣ 'ਚ ਹੀ ਸਭ ਕੁਝ ਤੈਅ ਹੋ ਜਾਵੇਗਾ। ਮੇਰਾ ਮਨ ਬੜਾ ਘਬਰਾਇਆ ਹੋਇਆ ਸੀ। ਮੈਂ ਤਾਂ ਰੋਣ ਹੀ ਲੱਗ ਪਈ। ਮੇਰਾ ਭਰਾ ਮੇਰਾ ਬਹੁਤ ਮੋਹ ਕਰਦਾ ਸੀ। ਉਹ ਮੈਨੂੰ ਰੋਂਦੀ ਵੇਖ ਕੇ ਮੇਰੇ ਕੋਲ ਆਇਆ ਤੇ ਮੈਨੂੰ ਚੁੱਪ ਕਰਾਉਣ ਲੱਗਾ ਤੇ ਕਹਿੰਦਾ, ਕਿਉਂ ਰੋਨੀ ਏ ਕਮਲੀਏ, ਤੇਰਾ ਮਾੜਾ ਤਾਂ ਨਹੀਂ ਕਰਦੇ ਅਸੀਂ। ਬਥੇਰਾ ਸੋਹਣਾ ਮੁੰਡਾ, ਕੋਈ ਨਸ਼ਾ ਪੱਤਾ ਨਹੀਂ ਕਰਦਾ। ਪਹਿਲਾਂ ਅਸੀਂ ਸਾਰਾ ਕੁਝ ਪਤਾ ਕੀਤਾ ਸੀ ਮੁੰਡੇ ਬਾਰੇ, ਫਿਰ ਹੀ ਵੇਖਣ ਗਏ ਸੀ। ਫਿਕਰ ਨਾ ਕਰ, ਤੇ ਮੰਗ ਵੀ ਕੋਈ ਨਹੀਂ ਰੱਖੀ ਉਹਨਾਂ ਨੇ। ਬਸ ਮੇਰੀ ਭੈਣ ਸਿਆਣੀ ਬਣ ਕੇ ਰਹੀ ਉੱਥੇ। ਇੱਕ ਹਫ਼ਤੇ ਬਾਅਦ ਸ਼ਗਨ ਸੀ। ਸਾਰੇ ਤਿਆਰੀ ਕਰਨ ਵਿੱਚ ਇੰਨੇ ਕੁ ਰੁੱਝ ਗਏ ਸੀ ਕਿ ਕਿਸੇ ਨੇ ਮੈਨੂੰ ਮੁੰਡੇ ਦੀ ਫੋਟੋ ਦਿਖਾਉਣ ਬਾਰੇ ਸੋਚਿਆ ਹੀ ਨਹੀਂ। ਇੱਕ ਮੇਰੇ ਬਾਪੂ ਜੀ ਸੁਭਾਅ ਦੇ ਬਹੁਤ ਗਰਮ ਹੋਣ ਕਰਕੇ ਮੈਂ ਵੀ ਘਰ ਵਿੱਚ ਕਿਸੇ ਨੂੰ ਕਿਹਾ ਹੀ ਨਹੀਂ ਕਿ ਮੈਂ ਵੀ ਮੁੰਡੇ ਦੀ ਫੋਟੋ ਦੇਖਣੀ ਹੈ।
ਪਰ ਮੇਰਾ ਮਨ ਕਿੰਨਾ ਪਰੇਸ਼ਾਨ ਹੋਇਆ ਸੀ ਇਹ ਮੈਂ ਜਾਂ ਮੇਰਾ ਰੱਬ ਹੀ ਜਾਣਦਾ ਸੀ। ਮੈਨੂੰ ਸਕੂਨ ਸਿਰਫ ਇਸ ਗੱਲ ਦਾ ਸੀ ਕਿ ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂ ਸੀ, ਮੇਰੇ ਮਾਪਿਆਂ 'ਤੇ ਦਾਜ ਦਾ ਬੋਝ ਨਹੀਂ ਸੀ ਪੈਣਾ। ਪਰ ਜਿਹਦੇ ਨਾਲ ਮੈਂ ਸਾਰੀ ਜ਼ਿੰਦਗੀ ਬਿਤਾਉਣੀ ਏ ਉਹ ਪਤਾ ਨਹੀਂ ਮੇਰੀ ਪਸੰਦ ਦਾ ਹੋਊਗਾ ਜਾਂ ਫਿਰ ਮੇਰੀ ਪਸੰਦ ਤੋਂ ਉਲਟ। ਮੈਂ ਸ਼ਗਨ ਤੋਂ ਇੱਕ ਹਫ਼ਤਾ ਪਹਿਲਾਂ ਇਹੋ ਹੀ ਸੋਚ ਕੇ ਪਰੇਸ਼ਾਨ ਹੁੰਦੀ ਰਹੀ। ਇਸ ਹਫ਼ਤੇ ਦੇ 6 ਦਿਨ ਮੇਰੇ ਲਈ 6 ਮਹੀਨੇ ਬਣ ਗਏ ਸੀ। ਸਿਆਣੇ ਸੱਚ ਹੀ ਕਹਿੰਦੇ ਆ, ਇਹ ਸਮਾਂ ਖੁਸ਼ੀ ਵਿੱਚ ਪਲਦਾ ਤੇ ਦੁੱਖਾਂ ਵਿੱਚ ਲੰਘਦਾ ਹੀ ਨਹੀਂ। ਅਗਲੇ ਦਿਨ ਮੇਰੀ ਵੱਡੀ ਭੂਆ ਆ ਗਈ ਸ਼ਗਨ ਦੇ ਸਮਾਨ ਦੀ ਖਰੀਦਦਾਰੀ ਕਰਨ। ਮੇਰੇ ਲਈ ਸੂਹੇ ਲਾਲ ਰੰਗ ਦਾ ਕਢਾਈ ਵਾਲਾ ਸੂਟ ਤੇ ਲਾਲ ਚੁੰਨੀ, ਲਾਲ ਕੱਚ ਦੀਆਂ ਚੂੜੀਆਂ, ਲਾਲ ਨੋਹ ਪਾਲਿਸ਼ ਤੇ ਤਿੱਲੇਦਾਰ ਜੁੱਤੀ ਲਿਆ ਦਿੱਤੀ। ਮੈਨੂੰ ਸ਼ੁਰੂ ਤੋਂ ਹੀ ਬੜਾ ਚਾਅ ਹੁੰਦਾ ਸੀ ਅਜਿਹੀਆਂ ਚੀਜ਼ਾਂ ਦਾ, ਪਰ ਅੱਜ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਬਸ ਮਨ ਪਰੇਸ਼ਾਨ ਹੋਣੋਂ ਨਹੀਂ ਸੀ ਹਟ ਰਿਹਾ। ਮੁੰਡੇ ਲਈ ਸੋਨੇ ਦਾ ਇੱਕ ਕੜਾ ਤੇ ਇੱਕ ਮੁੰਦਰੀ ਲੈ ਆਂਦੀ ਤੇ ਘਰ ਦਾ ਹੋਰ ਸਮਾਨ ਵੀ ਸੀ, ਉਹ ਮੈਂ ਵੇਖਿਆ ਹੀ ਨਹੀਂ। ਆਪਣੇ ਤੇ ਘਰਦਿਆਂ ਦੇ ਸਾਰੇ ਕੱਪੜੇ ਮੈਂ ਆਪ ਹੀ ਸਿਓ ਲੈਂਦੀ ਹੁੰਦੀ ਸੀ। ਮੈਨੂੰ ਮੇਰੀ ਵੱਡੀ ਭੂਆ ਨੇ ਸੂਟ ਫੜਾਇਆ ਤੇ ਕਿਹਾ, ਲੈ ਪੁੱਤ ਸੋਹਣਾ ਜਿਹਾ ਸੂਟ ਸਿਉਂ ਲੈ ਆਪਦਾ। ਬਸ ਉਹਨਾਂ ਦੇ ਇੰਨਾ ਕੁ ਹੀ ਕਹਿਣ ਦੀ ਦੇਰ ਸੀ ਕਿ ਮੇਰੀਆਂ ਅੱਖਾਂ ਵਿੱਚੋਂ ਤ੍ਰਿਪ ਹੰਝੂ ਵਹਿਣ ਲੱਗੇ। ਮੇਰੀ ਭੂਆ ਵੀ ਰੋਣ ਲੱਗ ਗਈ, ਮੇਰੀ ਮਾਂ ਤੇ ਦਾਦੀ ਵੀ, ਤੇ ਮੈਂ ਤਾਂ ਹੋਰ ਵੀ ਉੱਚੀ ਰੋਣ ਲੱਗ ਗਈ। ਮੈਨੂੰ ਇਹ ਸਮਝ ਨਹੀਂ ਸੀ ਲੱਗ ਰਹੀ ਕਿ ਮੈਨੂੰ ਰੋਣਾ ਕਿਉਂ ਆ ਰਿਹਾ ਆ, ਜਦ ਕਿ ਮੈਨੂੰ ਤਾਂ ਇੰਨਾ ਚਾਅ ਹੁੰਦਾ ਸੀ ਵਿਆਹ ਦਾ। ਫਿਰ ਮੈਨੂੰ ਮੇਰੀ ਭੂਆ ਚੁੱਪ ਕਰਾਉਣ ਲੱਗ ਪਈ। ਮੇਰੀ ਮਾਂ ਰੋਂਦੀ ਕਮਰੇ ਤੋਂ ਬਾਹਰ ਚਲੀ ਗਈ। ਮੈਂ 15-20 ਮਿੰਟ ਪੂਰਾ ਰੋ ਕੇ ਅੱਖਾਂ ਪੂੰਝੀਆਂ ਤੇ ਕਿਹਾ, ਕੋਈ ਨਹੀਂ ਮੈਂ ਸਿਉਂ ਲਊਂਗੀ ਸੂਟ ਸਵੇਰੇ। ਫਿਰ ਭੂਆ ਚਲੀ ਗਈ। ਮੈਨੂੰ ਰਾਤ ਨੂੰ ਵੀ ਕਾਫੀ ਸਮਾਂ ਨੀਂਦ ਨਾ ਆਈ ਤੇ ਫਿਰ ਹੌਲੀ ਰੋਣ ਲੱਗ ਗਈ। ਡਰਦੀ ਸੀ ਕਿ ਮੇਰੇ ਰੋਣ ਦੀ ਆਵਾਜ਼ ਮੇਰੇ ਕੋਲ ਪਈ ਦਾਦੀ ਨੂੰ ਨਾ ਸੁਣ ਜਾਵੇ। ਕਿਤੇ ਫਿਰ ਰੋਂਦੀ ਨੂੰ ਕੋਈ ਨੀਂਦ ਆ ਗਈ ਤਾਂ ਪਤਾ ਹੀ ਨਹੀਂ ਲੱਗਿਆ। ਅਗਲੇ ਦਿਨ ਜਦ ਮੈਂ ਮਾਂ ਨਾਲ ਹਰ ਰੋਜ਼ ਦੀ ਤਰ੍ਹਾਂ ਘਰ ਦਾ ਕੰਮ ਕਰਾਉਣ ਲੱਗੀ, ਮਾਂ ਕਹਿੰਦੀ, ਪੁੱਤ ਤੂੰ ਛੇਤੀ ਸੂਟ ਸਿਉਂ ਲੈ। ਮੈਂ ਕਿਹਾ, ਕੋਈ ਨਹੀਂ ਮੈਂ ਸਿਉਂ ਲਊਂ। 4 ਦਿਨ ਲੰਘ ਗਏ ਪਰ ਅਜੇ ਮੈਂ ਸੂਟ ਨਾ ਸਿਉਤਾ, ਪਰ ਮੇਰਾ ਜੀ ਨਹੀਂ ਕਰਦਾ ਸੀ। ਮੇਰੀ ਦਾਦੀ ਕਹਿੰਦੀ, ਪੁੱਤ ਜੇ ਤੂੰ ਨਹੀਂ ਸਿਉਣਾ ਤਾਂ ਆਪਾਂ ਦਰਜੀ ਤੋਂ ਸਵਾ ਲੈਂਦੇ ਆ, ਕੱਲ੍ਹ ਨੂੰ ਤਾਂ ਸ਼ਗਨ ਆ। ਮੈਂ ਫਿਰ ਉਸੇ ਵੇਲੇ ਸੂਟ ਚੱਕਿਆ ਤੇ ਕੱਟ ਕੇ ਸਿਉਣ ਲੱਗ ਗਈ। ਸ਼ਾਮ ਤੱਕ ਮੈਂ ਸੂਟ ਸਿਉਂ ਲਿਆ ਤੇ ਰਾਤ ਨੂੰ ਸੂਟ ਤੇ ਤਰਪਾਈ ਕਰ ਲਈ ਤੇ ਚੁੰਨੀ ਤੇ ਸੁਨਹਿਰੀ ਰੰਗ ਦਾ ਗੋਟਾ ਲਾ ਲਿਆ ਤੇ ਸੂਟ ਪ੍ਰੈਸ ਕਰਕੇ ਰੱਖ ਦਿੱਤਾ। ਅੱਜ ਮੇਰੀਆਂ ਦੋਹੇ ਭੂਆ, ਦੋਹੇ ਫੁੱਫੜ, ਉਹਨਾਂ ਦੇ ਬੱਚੇ, ਮਾਮਾ ਮਾਮੀ ਤੇ ਉਹਨਾਂ ਦੇ ਬੱਚੇ, ਵੱਡੀ ਮਾਸੀ ਮਾਸੜ ਤੇ ਉਹਨਾਂ ਦੀ ਕੁੜੀ ਤੇ ਮੇਰੀ ਦਾਦੀ ਦੇ ਭਰਾ ਭਰਜਾਈ ਵੀ ਆ ਗਏ। ਭੂਆ ਤੇ ਮਾਸੀ ਦੀਆਂ ਕੁੜੀਆਂ ਨੇ ਮੇਰੇ ਹੱਥਾਂ ਤੇ ਮਹਿੰਦੀ ਲਾ ਦਿੱਤੀ ਤੇ ਮੈਨੂੰ ਛੇੜਨ ਲੱਗ ਗਈਆਂ। ਵਿਆਹ ਬਾਰੇ ਗੱਲਾਂ ਕਰਕੇ ਸਾਰੇ ਗੱਲਾਂ ਕਰ ਰਹੇ ਸੀ, ਪਰ ਮੈਂ ਬਿਲਕੁਲ ਚੁੱਪਚਾਪ ਸੀ। ਮੇਰਾ ਦਿਲ ਜ਼ੋਰ ਨਾਲ ਰੋ ਰਿਹਾ ਸੀ। ਅਗਲੇ ਦਿਨ ਮੁੰਡੇ ਵਾਲਿਆਂ ਨੇ 11 ਵਜੇ ਦਾ ਸਮਾਂ ਦਿੱਤਾ ਸੀ। ਸਾਡੇ ਆਂਢ ਗੁਆਂਢ ਦੇ ਘਰ ਵੀ ਸੁਬਾਹ ਜਲਦੀ ਹੀ ਆ ਗਏ ਤੇ ਖਾਣ ਪੀਣ ਦਾ ਸਮਾਨ ਬਣਾਉਣ ਲਈ ਹਲਵਾਈ ਵੀ ਆ ਗਿਆ। ਸਾਰੇ 9 ਵਜੇ ਤੱਕ ਤਿਆਰ ਹੋ ਗਏ। ਮੈਨੂੰ ਵੀ ਭੂਆ ਤੇ ਮਾਸੀ ਦੀ ਕੁੜੀਆਂ ਨੇ 10 ਵਜੇ ਤੱਕ ਤਿਆਰ ਕਰ ਦਿੱਤਾ। ਮੇਰੇ ਲਾਲ ਕਢਾਈ ਵਾਲਾ ਸੂਟ, ਸਿਰ ਤੇ ਗੋਟੇ ਵਾਲੀ ਚੁੰਨੀ, ਪੈਰੀ ਤਿੱਲੇਦਾਰ ਜੁੱਤੀ, ਬਾਹੀਂ ਲਾਲ ਕੱਚ ਦੀਆਂ ਚੂੜੀਆਂ, ਸਿਰ ਦੇ ਵਾਲਾਂ ਵਿਚਕਾਰ ਚੀਰ ਕੱਢ ਕੇ ਪਿੱਛੇ ਗੁੱਤ ਗੁੰਦੀ ਹੋਈ ਸੀ। ਨੋਹਾਂ ਤੇ ਲਾਲ ਨੋਹ ਪਾਲਿਸ਼ ਲੱਗੀ ਹੋਈ ਸੀ। ਅੱਖਾਂ ਵਿੱਚ ਸੁਰਮਾ ਤੇ ਅੱਖਾਂ ਰੋ ਕੇ ਸੁੱਜੀਆਂ ਹੋਈਆਂ ਸੀ। ਸਾਰੇ ਬਹੁਤ ਤਾਰੀਫ ਕਰ ਰਹੇ ਸੀ, ਪਰ ਮੈਨੂੰ ਆਪਣਾ ਆਪ ਬਿਲਕੁਲ ਵੀ ਸੋਹਣਾ ਨਹੀਂ ਲੱਗ ਰਿਹਾ ਸੀ। ਅੱਜ ਡਰ ਬਹੁਤ ਸੀ ਕਿ ਕਿਤੇ ਮੇਰੇ ਖ਼ੁਆਬਾਂ ਵਾਲੀ ਸੂਰਤ ਤੋਂ ਵੱਖਰਾ ਹੀ ਨਾ ਹੋਵੇ। ਮੇਰਾ ਹੋਣ ਵਾਲਾ ਘਰ ਵਾਲਾ 11 ਵਜੇ ਉਹ ਆ ਗਏ। ਦੋਹੇ ਪਰਿਵਾਰ ਇੱਕ ਦੂਜੇ ਨੂੰ ਮਿਲੇ। ਸਾਰਿਆਂ ਨੇ ਰਲ ਕੇ ਖਾਧਾ ਪੀਤਾ। ਸਾਡਾ ਬਰਾਂਡਾ ਬਹੁਤ ਖੁੱਲ੍ਹਾ ਸੀ, ਬਹੁਤ ਸੋਹਣਾ ਸਜਾਇਆ ਸੀ। ਸਾਰੇ ਉੱਥੇ ਹੀ ਬੈਠੇ ਸੀ। ਫਿਰ ਮੇਰੀ ਭੂਆ ਹੋਰੀ ਮੈਨੂੰ ਬੁਲਾਉਣ ਲਈ ਆਏ। ਉਹਨਾਂ ਨੇ ਇੰਨਾ ਹੀ ਕਿਹਾ ਸੀ ਕਿ ਆ ਜਾ ਪੁੱਤ। ਬਸ ਇੰਨੀ ਗੱਲ ਸੁਣ ਕੇ ਹੀ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ। ਮੇਰਾ ਸਰੀਰ ਕੰਬਣ ਲੱਗ ਪਿਆ। ਅੱਖਾਂ ਵਿੱਚੋਂ ਨਿਕਲਦਾ ਪਾਣੀ ਮੈਂ ਅੱਖਾਂ ਵਿੱਚ ਹੀ ਘੁੱਟ ਲਿਆ। ਕਮਰੇ ਵਿੱਚ 10 ਪਾਤਸ਼ਾਹੀਆਂ ਦੀ ਫੋਟੋ ਲੱਗੀ ਸੀ। ਮੈਂ ਉਹਦੇ ਅੱਗੇ ਹੱਥ ਜੋੜ ਕੇ ਵਾਹਿਗੁਰੂ ਕਿਹਾ। ਮੈਨੂੰ ਲਿਜਾ ਕੇ ਸ਼ਗਨ ਪਾਉਣ ਲਈ ਸੋਫੇ 'ਤੇ ਇਕੱਲੀ ਨੂੰ ਹੀ ਬਿਠਾ ਦਿੱਤਾ। ਮੈਂ ਨੀਵੀਂ ਪਾ ਕੇ ਬੈਠ ਗਈ। ਫਿਰ ਵਿਚੋਲੇ ਦੀ ਆਵਾਜ਼ ਆਈ, ਆ ਜਾ ਬਈ ਅਰਜਨ ਸਿਆਂ, ਤੇਰਾ ਸ਼ਗਨ ਪਾਈਏ। ਸਾਹਮਣੇ ਉੱਠ ਕੇ ਜਦੋਂ ਉਹ ਆਉਣ ਲੱਗਾ, ਮੈਂ ਬਸ 2-3 ਸਕਿੰਟਾਂ ਲਈ ਉਹਦੇ ਵੱਲ ਵੇਖਿਆ ਤੇ ਫਿਰ ਨੀਵੀਂ ਪਾ ਲਈ ਤੇ 1 ਸਕਿੰਟ ਲਈ ਅੱਖਾਂ ਬੰਦ ਕਰਕੇ ਉਹਦੀ ਸੂਰਤ ਅੱਖਾਂ 'ਚ ਵਸਾ ਲਈ।
ਤੇ ਆਪ ਮੁਹਾਰੇ ਮੂੰਹ ਵਿੱਚੋਂ ਨਿਕਲਿਆ, "ਹੇ ਸੱਚੇ ਪਾਤਸ਼ਾਹ।" ਮੇਰੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ, ਕਿਉਂਕਿ ਇਹ ਸੂਰਤ ਹੂਬਹੂ ਮੇਰੇ ਖ਼ੁਆਬਾਂ ਦੀ ਸੂਰਤ ਵਰਗੀ ਹੀ ਸੀ। ਉਹਦੀ ਤੋਰ ਜਮਾਂ ਗੱਗੂ ਗਿੱਲ ਵਰਗੀ, ਓਨਾ ਹੀ ਕੱਦ, ਕੁੰਡੀਆਂ ਮੁੱਛਾਂ, ਭਰਮੀ ਦਾੜੀ। ਇੰਨੀ ਸੋਹਣੀ ਸੂਰਤ ਅੱਜ ਤੱਕ ਕਿਸੇ ਦੀ ਨਹੀਂ ਲੱਗੀ ਸੀ। ਇੱਕ ਪਲ ਵਿੱਚ ਹੀ ਮੇਰੇ ਰੋਮ ਰੋਮ ਵਿੱਚ ਵਸ ਗਿਆ। ਅਰਜਨ ਸਿਆਂ ਮੇਰੇ ਨਾਲ ਸੋਫੇ 'ਤੇ ਆ ਕੇ ਬੈਠ ਗਿਆ। ਮੈਨੂੰ ਸੱਚੀ ਚਾਅ ਚੜ੍ਹ ਗਿਆ। ਮੇਰੀ ਚੁੰਨੀ ਉਹਦੇ ਹੇਠਾਂ ਆ ਗਈ। ਉਹਨੇ ਬੜੇ ਹੀ ਸਹਿਜ ਦੇ ਨਾਲ ਚੁੰਨੀ ਮੇਰੇ ਵੱਲ ਕਰਤੀ। ਮੈਂ ਫਿਰ ਉਹਦੇ ਵੱਲ ਵੇਖਿਆ। ਉਹਨੇ ਵੀ 3-4 ਵਾਰ ਮੇਰੇ ਵੱਲ ਵੇਖਿਆ। ਸਾਡੇ ਦੋਵਾਂ ਦੇ ਚਿਹਰਿਆਂ 'ਤੇ ਚੁੱਪ ਸੀ, ਪਰ ਦਿਲਾਂ ਦੇ ਵਿੱਚ ਬਹੁਤ ਸ਼ੋਰ ਸੀ। ਹੁਣ ਮੇਰਾ ਮਨ ਬਹੁਤ ਖੁਸ਼ ਸੀ। ਰੱਬ ਨੇ ਬਹੁਤ ਨੇੜੇ ਹੋ ਕੇ ਸੁਣੀ ਸੀ ਮੇਰੀ ਫਰਿਆਦ। ਬਿਲਕੁਲ ਹੀ ਮੁੰਡਾ ਉਹੋ ਜਿਹਾ ਮੈਂ ਚਾਹੁੰਦੀ ਸੀ। ਮੇਰੇ ਦਿਲ ਨੂੰ ਉਹਦੇ ਸੁਭਾਅ ਦਾ ਵੀ ਅਹਿਸਾਸ ਹੋਣ ਲੱਗਾ ਕਿ ਜਿਹੋ ਜਿਹਾ ਸੁਭਾਅ ਮੈਂ ਚਾਹੁੰਦੀ ਸੀ, ਸੁਭਾਅ ਵੀ ਬਿਲਕੁਲ ਉਹੋ ਜਿਹਾ ਹੀ ਹੋਵੇਗਾ। ਤੇ ਦੂਜੀ ਵੱਡੀ ਗੱਲ, ਉਹਨਾਂ ਨੇ ਦਾਜ 1 ਰੁਪਈਏ ਦਾ ਨਹੀਂ ਸੀ ਮੰਗਿਆ। ਫਿਰ ਮੇਰੇ ਹੋਣ ਵਾਲੀ ਸੱਸ ਨੇ ਮੇਰੇ ਦੋਹਾਂ ਹੱਥਾਂ ਵਿੱਚ ਇੱਕ ਸੋਨੇ ਦੀ ਚੂੜੀ ਪਾਈ। ਮੈਨੂੰ ਮੇਰੀ ਮਾਂ ਵਰਗੀ ਲੱਗਣ ਲੱਗ ਗਈ ਮੇਰੀ ਸੱਸ। ਫਿਰ ਮੇਰੇ ਮੂੰਹ ਵਿੱਚ ਉਹਨੇ ਥੋੜ੍ਹਾ ਜਿਹਾ ਲੱਡੂ ਪਾਇਆ ਤੇ ਅਰਜਨ ਦੇ ਮੂੰਹ 'ਚ ਵੀ। ਤੇ ਮੇਰੀ ਨਨਾਣ ਨੇ ਮੇਰੀ ਗੁੱਤ ਵਿੱਚ ਲਾਲ ਰੰਗ ਦੀ ਪਰਾਂਦੀ ਪਾਈ ਤੇ ਲਾਲ ਰੰਗ ਦੀ ਉਹੋ ਜਿਹੀ ਗੋਲ ਬਿੰਦੀ ਮੇਰੇ ਮੱਥੇ 'ਤੇ ਲਾਈ, ਜਿਹੋ ਜਿਹੀਆਂ ਬਿੰਦੀਆਂ ਲਾਉਣ ਦਾ ਮੈਨੂੰ ਸ਼ੌਂਕ ਹੁੰਦਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਭੈਣ ਮੈਨੂੰ ਤਿਆਰ ਕਰ ਰਹੀ ਹੋਵੇ। ਫਿਰ ਮੇਰੇ ਬਾਪੂ ਨੇ ਵੀ ਅਰਜਨ ਦੀ ਬਾਂਹ ਵਿੱਚ ਸੋਨੇ ਦਾ ਕੜਾ ਪਾਇਆ। ਮੇਰੀ ਮਾਂ ਨੇ ਸਾਡਾ ਦੋਹਾਂ ਦਾ ਲੱਡੂ ਨਾਲ ਮੂੰਹ ਮਿੱਠਾ ਕਰਵਾਇਆ। ਫਿਰ ਅਰਜਨ ਸਿਉ ਨੇ ਮੇਰੀ ਉਂਗਲੀ 'ਚ ਮੁੰਦਰੀ ਪਾਉਣ ਲਈ ਆਪਣੇ ਇੱਕ ਹੱਥ ਵਿੱਚ ਮੇਰਾ ਹੱਥ ਫੜਿਆ ਤੇ ਦੂਜੇ ਹੱਥ ਨਾਲ ਮੁੰਦਰੀ ਪਾਈ। ਮੇਰਾ ਜੀ ਇੰਜ ਕਰਦਾ ਸੀ ਕਿ ਉਹ ਮੇਰਾ ਹੱਥ ਨਾ ਛੱਡੇ। ਸ਼ਾਇਦ ਉਹਦਾ ਜੀ ਵੀ ਮੇਰਾ ਹੱਥ ਛੱਡਣ ਨੂੰ ਨਹੀਂ ਕਰਦਾ ਹੋਣਾ। ਫਿਰ ਮੈਂ ਉਹਦੀ ਉਂਗਲੀ 'ਚ ਮੁੰਦਰੀ ਪਾਈ ਤੇ ਸਾਡਾ ਸ਼ਗਨ ਪੈ ਗਿਆ। ਚੜ੍ਹਦੇ ਮੱਘਰ ਦਾ ਵਿਆਹ ਬੰਨ੍ਹ ਦਿੱਤਾ। ਆਸ-ਪਾਸ ਦਾ ਖਿਆਲ ਭੁੱਲ ਕੇ ਅਸੀਂ ਇੱਕ ਦੂਜੇ ਨੂੰ ਦੇਖਿਆ ਤੇ ਥੋੜ੍ਹਾ ਮੁਸਕਰਾਏ। ਫਿਰ ਸਾਰੇ ਰੋਟੀ ਖਾਣ ਲੱਗ ਗਏ। ਅਸੀਂ ਦੋਹਾਂ ਨੇ ਵੀ ਇਕੱਠੇ ਬੈਠ ਕੇ ਰੋਟੀ ਖਾਧੀ। ਰੋਟੀ ਨਾ ਤਾਂ ਮੇਰੇ ਤੋਂ ਚੰਗੀ ਤਰ੍ਹਾਂ ਖਾਧੀ ਜਾ ਰਹੀ ਸੀ ਤੇ ਨਾ ਹੀ ਉਹਦੇ ਤੋਂ। ਮੈਨੂੰ ਵੀ ਸੰਗ ਲੱਗ ਰਹੀ ਸੀ ਤੇ ਉਹਨੂੰ ਵੀ। ਫਿਰ ਉਹ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਜਾਣ ਤੋਂ ਪਹਿਲਾਂ ਮੈਨੂੰ ਸਭ ਤੋਂ ਅੱਖ ਬਚਾ ਕੇ ਕਹਿ ਗਏ, "ਅੱਖਾਂ ਰੋ ਕੇ ਸੁੱਜੀਆਂ ਲੱਗਦੀਆਂ ਤੁਹਾਡੀਆਂ। ਹੁਣ ਨਾ ਰੋਇਆ ਕਦੇ ਵੀ। ਰਾਣੀ ਬਣਾ ਕੇ ਰੱਖੂੰਗਾ ਤੁਹਾਨੂੰ। ਤਿਆਰੀ ਕਰ ਲਓ ਛੇਤੀ ਵਿਆਹ ਦੀ।" ਤੇ ਇੰਨਾ ਕਹਿ ਕੇ ਮੇਰੇ ਹੱਥ 'ਚ ਝਾਂਜਰਾਂ ਫੜਾ ਗਏ ਤੇ ਮੈਂ ਉਸੇ ਵੇਲੇ ਚੁੰਨੀ ਦੇ ਪੱਲੇ 'ਚ ਲਕੋ ਲਈਆਂ। ਇਹ ਗੱਲਾਂ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮੈਂ ਉਹਨਾਂ ਨੂੰ ਜਾਂਦਿਆਂ ਨੂੰ ਕਿੰਨਾ ਸਮਾਂ ਹੀ ਦੇਖਦੀ ਰਹੀ। ਮੇਰਾ ਜੀ ਚਾਹੁੰਦਾ ਸੀ ਕਿ ਮੈਨੂੰ ਅੱਜ ਹੀ ਲੈ ਜਾਂਦੇ ਨਾਲ। ਹੌਲੀ ਉਹ ਮੇਰੀਆਂ ਅੱਖਾਂ ਤੋਂ ਓਹਲੇ ਹੋ ਗਏ। ਉਸੇ ਵੇਲੇ ਮੈਂ ਭੱਜ ਕੇ ਕਮਰੇ 'ਚ ਗਈ ਤੇ ਸ਼ੀਸ਼ੇ ਮੂਹਰੇ ਖੜ ਕੇ ਕਿੰਨਾ ਚਿਰ ਹੀ ਆਪਣਾ ਆਪ ਤੱਕਦੀ ਰਹੀ। ਆਪਣੇ ਆਪ ਵਿੱਚੋਂ ਸ਼ਾਇਦ ਮੈਂ ਉਹਨੂੰ ਹੀ ਵੇਖ ਰਹੀ ਸੀ। ਇਸ ਸਮੇਂ ਮੈਨੂੰ ਆਪਣਾ ਆਪ ਜਿੰਨਾ ਸੋਹਣਾ ਲੱਗ ਰਿਹਾ ਸੀ, ਅੱਜ ਤੋਂ ਪਹਿਲਾਂ ਇੰਨਾ ਸੋਹਣਾ ਕਦੇ ਨਹੀਂ ਲੱਗਿਆ ਸੀ। ਕਦੇ ਮੈਂ ਮੁੰਦਰੀ ਨੂੰ ਚੁੰਮਾਂ ਤੇ ਕਦੇ ਝਾਂਜਰਾਂ ਨੂੰ। ਇੰਜ ਲੱਗਦਾ ਸੀ ਜਿਵੇਂ ਰੱਬ ਮਿਹਰਬਾਨ ਹੋ ਗਿਆ ਹੋਵੇ ਸਾਡੇ ਦੋਵਾਂ 'ਤੇ। ਮੈਂ ਰੱਬ ਦਾ ਧੰਨਵਾਦ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਉਸ ਤੋਂ ਬਾਅਦ ਰੋਜ਼ ਹੀ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗੀ। ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਸੀ। ਅਸੀਂ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਗਏ। 2 ਮਹੀਨੇ ਮੈਂ ਚਾਦਰਾਂ ਤੇ ਸਿਰਹਾਣਿਆਂ ਦੇ ਕਢਾਈ ਕੀਤੀ। 2 ਰੁਮਾਲ ਕੱਢੇ ਤੇ ਉਹਨਾਂ ਉੱਤੇ ਕਢਾਈ ਨਾਲ ਲਿਖਿਆ ਅਰਜਨ ਸਿਉ। ਆਪਣੇ ਗੂੜੇ ਰੰਗਾਂ ਦੇ ਸੂਟ ਖਰੀਦ ਕੇ ਆਪਣੇ ਹੱਥੀਂ ਬੜੇ ਚਾਅ ਨਾਲ ਸਿਉਂ ਤੇ ਚੁੰਨੀਆਂ ਤੇ ਸੋਹਣੇ ਗੋਟੇ ਤੇ ਲੈਸਾਂ ਲਾਈਆਂ। ਪਰਾਂਦੀਆਂ, ਸੁਰਖੀਆਂ, ਬਿੰਦੀਆਂ ਵੀ ਖਰੀਦੀਆਂ। ਕਰਵਾ ਚੌਥ ਤੇ ਵਰਤ ਤੇ ਉਹਨਾਂ ਵੱਲੋਂ ਸੰਧਾਰਾ ਆਇਆ ਤੇ ਮੈਂ ਉਹਨਾਂ ਲਈ ਵਰਤ ਰੱਖਿਆ। ਬੜਾ ਚਾਅ ਚੜ੍ਹਿਆ ਰਹਿੰਦਾ ਸੀ ਮੈਨੂੰ। ਇੰਜ ਮਹਿਸੂਸ ਹੁੰਦਾ ਕਿ ਆਉਣ ਵਾਲੇ ਸਿਆਲ ਦੀਆਂ ਰਾਤਾਂ ਠੰਡੀਆਂ ਨਹੀਂ, ਨਿੱਘੀਆਂ ਹੋਣਗੀਆਂ। ਰਾਤ ਨੂੰ ਪਈ ਉਹਦੇ ਬਾਰੇ ਹੀ ਸੋਚਦੀ ਰਹਿੰਦੀ ਕਿ ਕਦੋਂ ਵਿਆਹ ਦਾ ਦਿਨ ਆਵੇ ਤੇ ਕਦੋਂ ਮੈਂ ਉਹਦੇ ਸੀਨੇ ਲੱਗਾਂ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਾਂ। ਕਦੋਂ ਉਹ ਆਪਣੇ ਮਨ ਦੀਆਂ ਗੱਲਾਂ ਮੈਨੂੰ ਸੁਣਾਵੇ। ਕਦੋਂ ਮੈਂ ਉਹਦੇ ਨਾਲ ਮਨ ਦੀਆਂ ਗੱਲਾਂ ਸਾਂਝੀਆਂ ਕਰਾਂ। ਦਿਨ ਰਾਤ ਸੁਪਨੇ ਲੈਂਦੀ ਰਹਿੰਦੀ ਸੀ। ਪਰ ਮੇਰੇ ਕੋਲ ਮੋਬਾਈਲ ਨਹੀਂ ਸੀ, ਇਸ ਲਈ ਸਾਡੀ ਕਦੇ ਗੱਲ ਨਹੀਂ ਹੋਈ ਸੀ। ਪਰ ਦਿਲਾਂ ਦੇ ਸੁਨੇਹੇ ਤਾਂ ਰੱਬ ਆਪ ਪਹੁੰਚਾ ਦਿੰਦਾ। ਜੋ ਹਾਲ ਮੇਰਾ ਸੀ ਉਹੀ ਹਾਲ ਉਹਦਾ ਹੋਣਾ, ਇਹ ਮੇਰਾ ਦਿਲ ਕਹਿੰਦਾ ਸੀ। ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ। ਭੂਆ ਤੇ ਮਾਸੀ ਦੀਆਂ ਕੁੜੀਆਂ ਵਿਆਹ ਤੋਂ 10 ਦਿਨ ਪਹਿਲਾਂ ਹੀ ਆ ਗਈਆਂ। ਉਹਨਾਂ ਨੇ ਮੈਨੂੰ ਸਾਰਾ ਦਿਨ ਅਰਜਨ ਦਾ ਨਾਮ ਲੈ ਕੇ ਛੇੜਨਾ। ਮੈਨੂੰ ਬਹੁਤ ਚੰਗਾ ਲੱਗਦਾ। ਸੰਗ ਵੀ ਬੜੀ ਲੱਗਦੀ ਸੀ ਤੇ ਉਸ ਤੋਂ ਕਿਤੇ ਵੱਧ ਚਾਅ ਸੀ। 10 ਦਿਨ ਰਹਿ ਗਏ ਸੀ ਵਿਆਹ ਵਿੱਚ। ਇੰਜ ਲੱਗਦਾ ਸੀ ਜੇ ਇੱਕ ਦਿਨ ਵੀ ਵੱਧ ਲਗਾਉਣਾ ਪਿਆ ਤਾਂ ਜਾਨ ਹੀ ਨਿਕਲ ਜਾਣੀ ਏ।
ਮੇਰੇ ਦਿਲ ਦਿਮਾਗ ਵਿੱਚ ਬਸ ਉਹਦੇ ਹੀ ਖਿਆਲ ਸੀ। ਮੈਂ ਵਿਆਹ ਵਾਲੇ ਸਾਰੇ ਸੂਟ ਇੱਕ ਵੱਡੇ ਟਰੰਕ ਵਿੱਚ ਪਾ ਕੇ ਰੱਖ ਦਿੱਤੇ ਤੇ ਨਾਲ ਹੀ ਅਰਜਨ ਸਿਉ ਲਈ ਆਪਣੇ ਹੱਥੀਂ ਬੁਣੀ ਇੱਕ ਸਵੈਟਰ ਰੱਖ ਲਈ, ਜੋ ਮੈਂ ਉਹਨੂੰ ਵਿਆਹ ਦੀ ਪਹਿਲੀ ਰਾਤ ਹੀ ਤੋਹਫੇ ਵਜੋਂ ਦੇਣੀ ਸੀ। ਮੈਂ ਬੜੇ ਚਾਅ ਨਾਲ ਬੁਣੀ ਸੀ ਇਹ ਸਵੈਟਰ। ਮੈਂ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਦੇਖਦੀ ਤੇ ਸੀਨੇ ਨਾਲ ਲਾਉਂਦੀ ਸੀ ਇਹਨੂੰ। ਇੰਤਜ਼ਾਰ ਖਤਮ ਹੋਇਆ, ਵਿਆਹ ਦਾ ਦਿਨ ਆਇਆ। ਮੈਂ ਪੂਰੇ ਚਾਅ ਨਾਲ ਤਿਆਰ ਹੋ ਕੇ ਬੈਠ ਗਈ। ਅਰਜਨ ਸਿਉ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ। ਬਰਾਤ ਆਉਣ ਤੋਂ ਪਹਿਲਾਂ ਸਾਰਾ ਪਰਿਵਾਰ ਮੇਰੇ ਕੋਲ ਆਇਆ। ਮੈਂ ਬਹੁਤ ਖੁਸ਼ ਸੀ, ਪਰ ਉਹਨਾਂ ਦੇ ਚਿਹਰੇ ਵੇਖ ਕੇ ਮੇਰਾ ਮਨ ਉਦਾਸ ਹੋ ਗਿਆ। ਮੈਨੂੰ ਮੇਰੀ ਭੂਆ ਕਹਿੰਦੀ, ਪੁੱਤ ਤੇਰਾ ਵਿਆਹ ਹੁਣ ਉਹਦੇ ਨਾਲ ਨਹੀਂ ਹੋਣਾ ਜਿਹਦੇ ਨਾਲ ਤੇਰਾ ਸ਼ਗਨ ਪਾਇਆ ਸੀ। ਤੇਰਾ ਰਿਸ਼ਤਾ ਅਸੀਂ ਕਿਤੇ ਹੋਰ ਕਰਤਾ ਹੁਣ। ਤੈਨੂੰ ਦੱਸਣਾ ਤਾਂ ਪਹਿਲਾਂ ਹੀ ਸੀ, ਪਰ ਕਿਸੇ ਦਾ ਜੇਰਾ ਨਹੀਂ ਹੋਇਆ ਤੈਨੂੰ ਦੁਖੀ ਕਰਨ ਦਾ। ਪਹਿਲਾਂ ਤਾਂ ਮੈਨੂੰ ਯਕੀਨ ਨਾ ਆਇਆ ਇਸ ਗੱਲ 'ਤੇ। ਫਿਰ ਜਦੋਂ ਸਾਰੇ ਵਾਰੋ ਵਾਰੀ ਕਹਿਣ ਲੱਗੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੀ ਜਾਨ ਨਿਕਲ ਗਈ ਇਹ ਗੱਲ ਸੁਣ ਕੇ। ਮੈਂ ਜਿੰਨਾ ਉੱਚੀ ਰੋ ਸਕਦੀ ਸੀ ਓਨਾ ਹੀ ਉੱਚੀ ਉੱਚੀ ਰੋਣ ਲੱਗ ਪਈ। ਮੈਂ ਸਾਰਿਆਂ ਦੇ ਪੈਰੀ ਪੈ ਕੇ, ਪੈਰੀ ਚੁੰਨੀ ਧਰ ਕੇ ਉੱਚੀ ਉੱਚੀ ਰੋ ਕੇ, ਹੱਥ ਜੋੜ ਕੇ ਮਿੰਨਤਾਂ ਕੀਤੀਆਂ ਕਿ ਮੈਂ ਅਰਜਨ ਨਾਲ ਹੀ ਵਿਆਹ ਕਰਾਉਣਾ। ਮੈਂ ਨਹੀਂ ਰਹਿ ਸਕਦੀ ਕਿਸੇ ਹੋਰ ਨਾਲ। ਮੈਂ ਮਰ ਜਾਊਂਗੀ, ਮੇਰੀ ਗੱਲ ਮੰਨ ਲਓ। ਮੈਂ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨ ਨਹੀਂ ਭੁੱਲੂੰਗੀ। ਇਹ ਕਹਿਰ ਨਾ ਗੁਜ਼ਾਰੋ। ਮੇਰਾ ਵਿਆਹ ਉਸੇ ਨਾਲ ਕਰ ਦਿਓ ਜਿਹਦੇ ਨਾਲ ਸ਼ਗਨ ਪਾਇਆ। ਪਰ ਮੇਰੀ ਕਿਸੇ ਨੇ ਗੱਲ ਨਾ ਸੁਣੀ। ਸਾਰਿਆਂ ਦੀ ਜ਼ੁਬਾਨ 'ਤੇ ਚੁੱਪ ਸੀ। ਪਤਾ ਨਹੀਂ ਉਹਨਾਂ ਨੂੰ ਮੇਰੇ ਦੁੱਖ ਦਾ ਅਹਿਸਾਸ ਸੀ ਜਾਂ ਨਹੀਂ, ਪਰ ਮੇਰੀ ਇੱਕ ਨਾ ਮੰਨੀ ਕਿਸੇ ਨੇ। ਮੈਨੂੰ ਕਿਸੇ ਨੇ ਨਾ ਦੱਸਿਆ ਕਿ ਇਹ ਕੀ ਹੋਇਆ। ਮੈਂ ਰੋਂਦੀ ਕੁਰਲਾਉਂਦੀ ਰਹਿ ਗਈ। ਇੱਕ ਪਲ ਵਿੱਚ ਮੇਰੀ ਖੁਸ਼ੀਆਂ ਦੀ ਦੁਨੀਆ ਉਜੜ ਗਈ। ਸਾਰੇ ਚਾਅ ਖੇਰੂ ਹੋ ਗਏ। ਬਸ ਇੱਕ ਮੌਤ ਨਹੀਂ ਆਈ। ਹਾਲ ਉਂਝ ਮੌਤੋਂ ਬੱਤਰ ਹੋ ਗਿਆ ਸੀ। ਤੇ ਦੋਸਤੋ, ਉਮੀਦ ਕਰਦਾ ਤੁਹਾਨੂੰ ਇਹ ਸਟੋਰੀ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੇ ਯਾਰਾਂ ਦੋਸਤਾਂ ਵਿੱਚ ਮੇਰੀ ਸਟੋਰੀ ਨੂੰ ਜ਼ਰੂਰ ਸ਼ੇਅਰ ਕਰਨਾ। ਧੰਨਵਾਦ।